हेलो ਤੁਹਾਡੀ ਬੇਟੀ ਦੀ ਸ਼ਾਦੀ ਵਾਸਤੇ ਨੇ ਜੋ ਇਹਦਾ ਦਿਲ ਕਰੇ ਤੁਸੀਂ ਕਰ ਲੈਣਾ। ਜਜ਼ਾਕ ਅੱਲਾ। अल्लाह पाक तंदुरुस्ती दे जे। ਬੱਚੇ ਕਿੰਨੇ ਜੇ? दो बच्चियां ने, दो पुत्र सन, फोत हो गए ने ਤੇ ਬੇਟੇ ਆਈ ਕੋ ਨਹੀਂ? जी। हुण एक साली को लिया, 1.5 साल दा है, हाली ते दुध पींदा बेटा, ते बच्चियां दो वड्डियां। ਬੇਟੀਆਂ ਦੀ ਸ਼ਾਦੀ ਕਰ ਦਿੱਤੀ ਤੁਸੀਂ? नहीं जी, रिश्ता अल्लाह ने सबाब लाया, एक बच्ची दा वड्डी दा, ਠੀਕ ਹੈ। ते हुण ओहदा रिश्ता कीता है ते 5वें महीने दी 12 तरीक ਨੂੰ ਉਹਦੀ शादी। ਮਤਲਬ ਇਹ ਜਿਹੜਾ ਮਈ ਦਾ ਮਹੀਨਾ ਇਹਦੇ ਚ 12 ਤਰੀਕ ਨੂੰ। जी। ਤੇ ਬਾਬਾ ਜੀ ਇੱਥੇ ਕਿੰਨੇ ਦੇਰ ਤੋਂ ਤੁਸੀਂ ਚੌਕੀਦਾਰਾ ਕਰ ਰਹੇ ਹੋ? मैं करीबन इत्थे को 15 ਕੁ साल हो गए, 15-18 साल हो गए ਚੌਕੀਦਾਰਾ ਕਰ। जी। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਾਜ਼ਰੀਨ, ਤੁਹਾਡੀ ਖਿਦਮਤ ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗੁਲ। ਤੁਸੀਂ ਵੇਖ ਰਹੇ ਹੋ ਆਪਣਾ ABHD TV। ਮੈਂ ਇਸ ਟਾਈਮ ਮੌਜੂਦ ਹਾਂ ਜੀ ਇੱਕ ਮਾਰਕੀਟ 'ਚ। ਰਾਤ ਦਾ ਤਕਰੀਬਨ 3-3:45 ਦਾ ਟਾਈਮ ਹੈ ਔਰ ਬਾਬਾ ਜੀ ਨਾਲ ਸਾਡੀ ਪਹਿਲਾਂ ਵੀ ਮੁਲਾਕਾਤ ਹੋਈ ਸੀ। ਇਹ ਮੈਨੂੰ ਜਾਣਦੇ ਨੇ, ਲੇਕਿਨ ਚੂੰਕਿ ਮੈਂ ਨਹੀਂ ਜਾਣਦਾ ਤੇ ਇਹਨਾਂ ਦੀ ਮੁਹੱਬਤ ਹੈ ਕਿ ਮੈਨੂੰ ਜਾਣਦੇ ਨੇ, ਲੇਕਿਨ ਇਹਨਾਂ ਨੇ ਇਹ ਇੱਥੇ ਚੌਕੀਦਾਰ ਨੇ ਇਸ ਮਾਰਕੀਟ 'ਚ। ਤੇ ਪਾਕਿਸਤਾਨ 'ਚ ਇਸ ਟਾਈਮ ਜਿਹੜਾ ਬੰਦਾ 2 ਵਕਤ ਦੀ ਰੋਟੀ ਕਮਾ ਕੇ ਖਾ ਲੈਂਦਾ ਉਹ ਇਸ ਦੌਰ ਦਾ ਮੁਜਾਹਿਦ ਹੈ। ਮੈਂ ਤੇ ਕਹਾਂਗਾ ਪਾਕਿਸਤਾਨ 'ਚ ਇਸ ਕਦਰ ਮਹਿੰਗਾਈ ਹੈ ਕਿ ਗਰੀਬ ਆਦਮੀ ਕਿੱਥੇ ਜਾਵੇ। ਔਰ ਇਹ ਬਾਬਾ ਜੀ ਆਪ ਹੀ ਆਪਣੇ ਘਰ ਦੀ ਕਫਾਲਤ ਕਰਦੇ ਨੇ। ਤੇ ਇਹਨਾਂ ਨਾਲ ਥੋੜੀ ਜਿਹੀ ਅਸੀਂ ਗੱਲ ਕਰਨੇ ਆ ਕਿ ਕਿੰਨੇ ਪੈਸੇ ਕਮਾਉਂਦੇ ਨੇ, ਕਿਵੇਂ ਗੁਜ਼ਾਰਾ ਕਰਦੇ ਨੇ। ਅਸਲਾਮ ਵਾਲੇਕੁਮ ਜੀ। जी वालेकुम सलाम। ਤੇ ਬਾਬਾ ਜੀ ਬੱਚੇ ਕਿੰਨੇ ਜੇ? 2 बच्चियां ने, 2 पुत्र सन, फोत हो गए ने ਤੇ ਬੇਟੇ ਆਈ ਕੋ ਨੇ? जी। हुण एक साली को लिया, 1.5 साल दा है, ਅੱਛਾ, ਠੀਕ ਹੈ। हाली ते दुध पींदा बेटा, ते बच्चियां दो वड्डियां। ਤੇ ਬੇਟੀਆਂ ਦੀ ਸ਼ਾਦੀ ਕਰ ਦਿੱਤੀ ਤੁਸੀਂ? नहीं जी, हुण रिश्ता अल्लाह ने सबाब लाया, एक बच्ची दा वड्डी दा, ਠੀਕ ਹੈ। ਤੇ ਹੁਣ ਉਹਦਾ ਰਿਸ਼ਤਾ ਕੀਤਾ ਹੋਇਆ ਤੇ 5ਵੇਂ ਮਹੀਨੇ ਦੀ 12 ਤਰੀਕ ਨੂੰ ਉਹਦੀ ਸ਼ਾਦੀ। ਮਤਲਬ ਇਹ ਜਿਹੜਾ ਮਈ ਦਾ ਮਹੀਨਾ ਇਹਦੇ ਚ 12 ਤਰੀਕ ਨੂੰ। ਜੀ। ਠੀਕ ਹੈ। ਤੇ ਬਾਬਾ ਜੀ ਇੱਥੇ ਕਿੰਨੇ ਦੇਰ ਤੋਂ ਤੁਸੀਂ ਚੌਕੀਦਾਰਾ ਕਰ ਰਹੇ ਹੋ? ਮੈਂ ਕਰੀਬਨ ਇੱਥੇ ਕੋ 15 ਕੁ ਸਾਲ ਹੋ ਗਏ, 15-18 ਸਾਲ ਹੋ ਗਏ ਚੌਕੀਦਾਰਾ ਕਰ। ਜੀ। ਪਹਿਲਾਂ ਤੇ 600-700 ਰੁਪਏ ਮਹੀਨਾ ਲੈਂਦਾ, ਕਿਉਂ ਕੋਈ ਦੁਕਾਨਦਾਰ ਦਿੰਦਾ ਸੀ, ਕੋਈ ਨਹੀਂ ਸੀ ਦਿੰਦਾ। ਠੀਕ ਹੈ। ਹੁਣ ਬਣਦਾ 7000 ਰੁਪਈਆ, ਠੀਕ ਹੈ। ਤੇ ਮਸਜਿਦ ਵਾਲੇ 500 ਰੁਪਈਆ ਜਿੰਮੇ ਦੇ ਜਿੰਮੇ ਦਿੰਦੇ ਨੇ ਅੱਛਾ। ਚੌਕੀਦਾਰੀ ਦਾ। ਨਹੀਂ, ਇਹ ਜਿਹੜਾ 7000 ਰੁਪਈਆ ਤੁਹਾਨੂੰ ਮਿਲਦਾ ਹੈ ਇਹ ਕਮੇਟੀ ਦਿੰਦੀ ਹੈ ਮਾਰਕੀਟ ਦੀ, ਜਾਂ ਮਤਲਬ ਤੁਹਾਨੂੰ ਪਰ ਦੁਕਾਨ ਤੋਂ ਪੈਸੇ ਮਿਲਦੇ ਨੇ? ਨਹੀਂ, ਪਰ ਦੁਕਾਨ ਵਾਲੇ ਦਿੰਦੇ ਨੇ 200-200, 300 ਰੁਪਈਆ। ਠੀਕ ਹੈ। ਕੋਈ ਦੁਕਾਨਦਾਰ ਹੈ ਜਿਹੜਾ 500 ਦਿੰਦਾ, ਨਹੀਂ ਤੇ 200-300, 250 ਕਰ ਦਿੰਦੇ। ਠੀਕ ਹੈ। ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਚੌਕੀਦਾਰਾ ਕਰਨਾ ਹੋ? 6 ਵਜੇ ਤੋਂ ਲੈ ਕੇ ਸਵੇਰ 6 ਵਜੇ 7 ਵਜੇ ਤੱਕ। ਠੀਕ ਹੈ। ਤੇ ਇਹ ਮਾਰਕੀਟ ਤੇ ਛੋਟੀ ਹੈ, ਤੇ ਕਿੰਨੇ ਪੈਸੇ ਤੁਹਾਨੂੰ ਇਹ ਸਾਰੀਆਂ ਦੁਕਾਨਾਂ ਤੋਂ ਇਕੱਠੇ ਹੋ ਜਾਂਦੇ ਨੇ? 7000 ਰੁਪਈਆ ਬਣਦਾ ਨੇ। ਕੋਈ ਜ਼ਿਆਦਾ ਗਲੀ ਹੈ ਤੇ ਕੋਈ ਪਿਛਲੀ ਗਲੀ, ਬੈਕ ਸਾਈਡ ਵਾਲੀ ਸ਼ਾਹੀ ਬਿਰਿਆਨੀ ਵਾਲੀ ਗਲੀ, ਅੱਛਾ, ਠੀਕ ਹੈ। ਅੱਧੀਆਂ ਦੁਕਾਨਾਂ ਉਧਰ ਨੇ, ਠੀਕ ਹੈ। ਤੇ ਬਕਾਇਆ ਮੁਕੰਮਲ ਗਲੀ ਆ ਜਿਹੜੀ ਜਿੱਥੇ ਬੈਠੇ ਆ ਲੋਕ। ਮੁਕੰਮਲ ਗਲੀ ਹੈ ਜੀ। ਨਾਜ਼ਰੀਨ, ਪਾਕਿਸਤਾਨ 'ਚ ਇੱਕ ਸਿਲਸਿਲਾ ਹੈ ਕਿ ਮਤਲਬ ਜਿਹੜਾ ਬੰਦਾ ਕੰਮ ਕਰ ਰਿਹਾ ਹੈ, ਇਹ ਬਿਲਕੁਲ ਠੀਕ ਕਹਿ ਰਹੇ ਨੇ, ਚੌਕੀਦਾਰ ਨੂੰ ਇਹ ਮਤਲਬ ਪਹਿਲੇ ਤੇ 100 ਰੁਪਇਆ ਹੁੰਦਾ ਸੀ। ਜਸਟ ਮੈਂ 6 ਮਹੀਨੇ ਸਾਲ ਪਹਿਲਾਂ ਦੀ ਗੱਲ ਕਰ ਰਿਹਾ। 100 ਰੁਪਇਆ ਪਰ ਘਰ ਹੈ ਜਾਂ ਪਰ ਸ਼ਾਪ ਹੈ, ਮਤਲਬ ਤੇ 100 ਰੁਪਇਆ ਪਰ ਹੈਡ ਜਿਹੜਾ ਨਾ ਦਿੱਤਾ ਜਾਂਦਾ ਸੀ। ਲੇਕਿਨ ਵਕਤ ਦੇ ਨਾਲ ਨਾਲ ਜਿਹੜਾ ਹੁਣ ਕੋ 200-250 ਰੁਪਇਆ ਅਗਰ 300 ਰੁਪਇਆ ਦਿੰਦਾ ਹੈ ਤੇ ਉਹ ਵੀ ਬੜੀ ਵੱਡੀ ਗੱਲ ਹੈ। ਔਰ ਜ਼ਿੰਮੇਦਾਰੀ ਜਿਹੜੀ ਹੈ ਉਹ ਮੁਕੰਮਲ, ਮਤਲਬ ਰਾਤ ਨੂੰ ਦੇਖਣਾ, ਕੋਈ ਤਾਲਾ ਨਾ ਖੋਲ ਲਵੇ। ਔਰ ਇਹਨਾਂ ਦੀ ਉਮਰ ਜਿਹੜੀ ਹੈ, ਇਹ ਸ਼ੂਗਰ ਦੇ ਮਰੀਜ਼ ਨੇ, ਇਹਨਾਂ ਵਾਸਤੇ ਦਮਾ ਵੀ ਸ਼ੂਗਰ ਵੀ ਹੈ ਸ਼ੂਗਰ। ਜੀ। ਇਹ ਹੁਣ ਇਹਨਾਂ ਕੋ 5 ਸਾਲ ਹੋਇਆ ਮੈਨੂੰ ਦਮਾ ਵੀ ਹੋਇਆ ਤੇ ਸ਼ੂਗਰ ਵੀ ਹੋਇਆ। ਅੱਛਾ, ਠੀਕ ਹੈ। ਪਹਿਲਾਂ ਠੀਕ ਸਾਂ, ਡਰਾਈਵਰ ਸਾਂ, ਉਹ ਹੁਣ ਮੇਰੇ ਕੋਲ ਨਹੀਂ ਗੱਡੀ ਚੱਲਦੀ ਹੈ।
ਸ਼ੂਗਰ ਦੀ ਵਜ੍ਹਾ ਲੱਤ ਖਰਾਬ ਹੋ ਗਈ ਹੈ। ਤੇ ਬੇਗਮ ਵੀ ਨਹੀਂ ਜੀ ਹੈ? ਬੇਗਮ ਆਵੇ ਉਹ ਮੰਜੀ ਤੇ ਅੱਛਾ, ਮੰਜੀ ਤੇ। ਬਿਮਾਰ ਹੈ। ਤੇ ਕਿਸ ਤਰ੍ਹਾਂ ਬਾਬਾ ਜੀ ਫਿਰ ਤੁਸੀਂ ਮਤਲਬ 7000 ਰੁਪਈਆ ਕਮਾਉਂਦੇ ਹੋ ਤੇ ਘਰ ਦਾ ਗੁਜ਼ਾਰਾ ਫਿਰ ਕਿਸ ਤਰ੍ਹਾਂ ਚੱਲਦਾ ਹੈ? ਔਰ ਸਾਰੇ ਤੁਹਾਡੇ ਜੇ ਬੰਦੇ ਰਾਸ਼ਨ ਥੋੜਾ ਥੋੜਾ ਲੈ ਦਿੰਦੇ ਨੇ ਮਹੀਨੇ ਬਾਅਦ। ਕੋਈ ਪੁਰਾਣੇ ਬੰਦੇ ਜਿਹਨਾਂ ਕੋਲ ਡਰਾਈਵਰੀ ਕਰਦਾ ਹਾਂ ਉਹ ਆਉਂਦੇ ਨੇ, ਕੋਈ ਉਹ ਰਾਸ਼ਨ ਲੈ ਦਿੰਦੇ, ਕੋਈ ਆਟਾ ਲੈ ਦਿੰਦੇ, ਕੋਈ ਖੰਡ, ਕੋਈ ਘਿਓ। ਇਸ ਤਰ੍ਹਾਂ ਮਹੀਨੇ ਬਾਅਦ ਉਹ ਵੀ ਬੰਦੇ 2-4 ਹੈ ਨੇ ਜਿਹੜੇ ਦੇ ਜਾਂਦੇ ਨੇ ਮਹੀਨੇ ਦੇ ਮਹੀਨੇ। ਨਾਜ਼ਰੀਨ, ਇਸ ਤਰ੍ਹਾਂ ਦੀਆਂ ਪਾਕਿਸਤਾਨ 'ਚ ਲੱਖਾਂ ਸਟੋਰੀਆਂ ਨੇ ਰੋਜ਼ਮਰਾ ਦੀਆਂ। ਇਹ ਜ਼ਿੰਦਗੀ ਦੀ ਡਗਰ ਇਸ ਤਰ੍ਹਾਂ ਚੱਲ ਰਹੀ ਹੈ, ਪਤਾ ਨਹੀਂ ਕਦੋਂ ਕੋਈ ਐਸਾ ਹੁਕਮਰਾਨ ਆਏਗਾ, ਕਦੋਂ ਕੋਈ ਇੱਥੇ ਐਸਾ ਕਾਨੂੰਨ ਬਣੇਗਾ, ਕੋਈ ਐਸਾ ਤਰੀਕਾਕਾਰ ਬਣੇਗਾ ਕਿ ਹਰ ਬੰਦੇ ਨੂੰ ਉਹਦੇ ਮੁਤਾਬਕ ਉਹਦਾ ਹੱਕ ਜਿਹੜਾ ਦਿੱਤਾ ਜਾਏਗਾ। ਗਰੀਬ ਦੀ ਜਿਹੜੀ ਇਹ ਦਾਦਰਸੀ ਹੋਏਗੀ ਉਹਦੀ ਗੱਲ ਸੁਣੀ ਜਾਏਗੀ, ਉਹ ਵੀ ਖੁਸ਼ਹਾਲ ਹੋਏਗਾ, ਉਹ ਵੀ ਅੱਛਾ ਇਲਾਜ ਕਰਵਾ ਸਕੇਗਾ, ਅੱਛੇ ਘਰ 'ਚ ਰਹਿ ਸਕੇਗਾ, ਅੱਛੀਆਂ ਸਹੂਲਤਾਂ ਜਿਹੜੀਆਂ ਉਹਨੂੰ ਪਾ ਸਕੇਗਾ, ਅੱਛਾ ਖਾ ਸਕੇਗਾ। ਇਹ ਸਾਰੀਆਂ ਚੀਜ਼ਾਂ ਫਿਲਹਾਲ ਤੇ ਗਰੀਬ ਦੀ ਪਹੁੰਚ ਤੋਂ ਬਹੁਤ ਦੂਰ ਨੇ। ਤੇ ਅੱਲਾਹ ਤਾਲਾ ਸਾਡੇ ਤੇ ਤੁਹਾਡੇ ਵਾਸਤੇ ਆਸਾਨੀਆਂ ਫਰਮਾਏ। ਔਰ ਇਸ ਦੌਰ ਦੇ ਉਹ ਲੋਕ ਅਜ਼ੀਮ ਨੇ ਜਿਹੜੇ ਕਿਸੇ ਨਾਲ ਮੁਹੱਬਤ ਫਰਮਾਉਂਦੇ ਨੇ ਔਰ ਕਿਸੇ ਨਾਲ ਕੋਈ ਤਾਵਨ ਕਰਦੇ ਨੇ। ਤੇ ਇਨਸ਼ਾਅੱਲਾ ਵਾ ਫਜ਼ਲੇ ਖੁਦਾ ਕਾਇਨਾਤ ਤੇ ਇਹੋ ਜਿਹੇ ਲੋਕ ਵੀ ਅੱਲਾ ਨੇ ਪੈਦਾ ਕੀਤੇ ਨੇ ਔਰ ਐਸਾ ਸਵਾਬ ਵੀ ਪੈਦਾ ਕੀਤਾ ਹੈ। ਤੇ ਬਾਬਾ ਜੀ ਦੀ ਬੇਟੀ ਦੀ ਸ਼ਾਦੀ ਹੈ ਤੇ ਇਹਨਾਂ ਨੇ ਮੈਨੂੰ ਇੱਕ ਦਿਨ ਗੁਜ਼ਰਦਿਆਂ ਮੇਰੇ ਨਾਲ ਗੱਲ ਹੋਈ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਇਨਸ਼ਾਅੱਲਾ ਸ਼ਾਦੀ ਕਿਉਂਕਿ ਹੁਣ ਨਜ਼ਦੀਕ ਆ ਗਈ ਹੈ ਕਿ ਲਓ ਤੁਸੀਂ ਤੁਹਾਡੀ ਬੇਟੀ ਦੀ ਸ਼ਾਦੀ ਵਾਸਤੇ ਨੇ, ਜੋ ਇਹਦਾ ਦਿਲ ਕਰੇ ਤੁਸੀਂ ਕਰ ਲੈਣਾ। ਜਜ਼ਾਕ ਅੱਲਾ। ਅੱਲਾਹ ਪਾਕ ਤੰਦਰੁਸਤੀ ਦੇ ਜੇ। ਸਮਾਨ ਤਾਂ ਮੈਂ ਨਹੀਂ ਤੇ ਰੋਟੀ ਦੇ ਹੀ ਪੈਸੇ ਨੇ ਉਹ ਇਕੱਠੇ ਕਰਨਾ, ਮੈਂ ਉਹ ਨਹੀਂ ਹਾਲੀ ਹੁੰਦੇ ਪਏ। ਇਹ ਤੁਸੀਂ ਦਿੱਤੇ ਨੇ, ਨੇਕੀ ਹੈ ਤੁਹਾਡੀ। ਨਹੀਂ ਕੋਈ ਗੱਲ ਨਹੀਂ, ਤੁਸੀਂ ਬਸ ਸਾਡੇ ਵਾਸਤੇ ਤੇ ਸਾਡੇ ਦੋਸਤਾਂ ਵਾਸਤੇ ਦੁਆ ਫਰਮਾ ਦੇਣਾ। ਅੱਲਾਹ ਪਾਕ ਤੰਦਰੁਸਤੀ ਦੇ, ਆਪਣੇ ਹਬੀਬ ਦੇ ਸਦਕੇ ਕਰਮ ਕਰੇ ਜੀ। ਸੋਹਣਾ ਮੌਲਾ ਮੁਸ਼ਕਿਲ ਖਿਆ, ਅੱਲਾਹ ਸੋਹਣਾ ਰੱਬ ਦੀ ਇੱਜ਼ਤ ਦੇ ਜੇ। ਨਾਜ਼ਰੀਨ, ਬੜੇ ਸਸਤੇ ਸੌਦੇ ਨੇ ਤੇ ਥੋੜੇ ਜਿਹੇ ਪੈਸਿਆਂ ਨਾਲ ਇਸ ਤਰ੍ਹਾਂ ਦੇ ਗਰੀਬ ਆਦਮੀ ਨੂੰ ਬਹੁਤ ਜ਼ਿਆਦਾ ਖੁਸ਼ੀਆਂ ਮਿਲ ਜਾਂਦੀਆਂ ਨੇ। ਤੇ ਸਾਨੂੰ ਚਾਹੀਦਾ ਹੈ ਅਸੀਂ ਰੋਜ਼ਮਰਾ ਅਗਰ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਤੇ ਜੋ ਸਾਡੀ ਗੁੰਜਾਇਸ਼ ਹੈ ਤੇ ਅਗਰ ਅਸੀਂ ਹਰ ਆਸ-ਪਾਸ ਪੂਰਾ ਬਰਾ ਖਿਆਲ ਰੱਖੀਏ तो मेरा ख्याल है काफ़ी आसानी पैदा हो जाएगी। दारुल सवाब तो अल्लाह है, लेकिन अल्लाह ताला ने सानू भी ज़मीन ते भेजा है, साड़ियाँ भी कुछ जिम्मेदारियां ने। इहदे नाल ही मैं इजाज़त चाहांगा, फिर इंशाअल्लाह तुहाडी खिदमत च हाज़र होवांगा किसी नवीं वीडियो नाल। उदों तक इजाज़त दिओ। पाकिस्तान जिंदाबाद।